ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਮੈਂ ਮਾਨਯੋਗ ਅਫਸਰ ਸਾਹਿਬਾਨ ਅਤੇ ਹਾਜ਼ਰੀਨ ਇੰਸਪੈਕਟਰ ਸਾਹਿਬਾਨ ਅਤੇ ਮੈਂ ਇਸ ਚੈਨਲ ਦੀ ਪੰਜਾਬੀ ਚੈਨਲ ਦੀ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਨੇ ਇੰਨਾ ਚੈਨਲ ਵਧੀਆ ਸ਼ੁਰੂ ਕਰਕੇ ਸਾਡੇ ਘਰ ਘਰ ਤੱਕ ਬੱਚਿਆਂ ਨੂੰ ਪੜ੍ਹਾਈ ਅਤੇ ਆਨਲਾਈਨ ਪੜ੍ਹਾਈ ਸਟੱਡੀ ਕਰਾਉਣ ਲਈ ਉਪਰਾਲਾ ਕੀਤਾ ਹੈ ਅਤੇ ਸਾਡੇ ਇੰਸਪੈਕਟਰਾਂ ਦਾ ਵੀ ਨਿੰਮੀ ਕਲਾਸਾਂ ਚਲਾਉਣ ਦਾ ਬਹੁਤ ਵੱਡਾ ਹੌਸਲੇ ਇਹਨਾਂ ਨੇ ਬੁਲੰਦ ਕੀਤੇ ਹਨ। ਸੋ ਮੇਰਾ ਅੱਜ ਮੈਂ ਸ਼੍ਰੀਮਤੀ ਨਛੱਤਰ ਕੌਰ ਅਤੇ ਸਰਕਾਰੀ ITI ਸੀਨੀਅਰ ਇੰਸਪੈਕਟਰ ਹਾਂ ਅਤੇ ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਹੈ, ਅੱਜ ਦਾ ਲੈਕਚਰ ਹੈ ਕੀ ਆਰਟ ਇੱਕ ਕਲਾ ਹੈ, ਕਢਾਈ ਇੱਕ ਆਰਟ ਹੈ ਜਾਂ ਸ਼ਿਲਪਕਾਰੀ। ਠੀਕ ਹੈ ਜੀ। ਆਰਟ ਹਰ ਥਾਂ ਦਿਖਾਈ ਦਿੰਦਾ ਹੈ। ਆਰਟ ਇੱਕ ਕੁਦਰਤ ਹੈ, ਇਹ ਆਪਣੇ ਹਾਵ ਭਾਵ ਨੂੰ ਪ੍ਰਗਟ ਕਰਦਾ ਹੈ। ਆਰਟ ਇੱਕ ਸ਼ੀਸ਼ਾ ਹੈ। 5000 ਸਾਲ ਪਹਿਲਾਂ ਜਿਹੜਾ ਧਾਤੂਆਂ ਦੇ ਤੇ ਕਾਪਰ ਤੇ ਭਾਂਡਿਆਂ ਤੇ ਬਣਾਇਆ ਜਾਂਦਾ ਸੀ ਅਤੇ ਮਿਊਜ਼ੀਅਮ ਵਿੱਚ ਆਮ ਕਰਕੇ ਇਹ ਭਾਂਡੇ ਰੱਖੇ ਜਾਂਦੇ ਸਨ। ਇਹ ਇੱਕ ਆਰਟ ਦੀ ਹੀ ਦੇਣ ਹੈ ਅਤੇ ਇਹਨਾਂ ਤੇ ਮੀਨਾਕਾਰੀ ਕੀਤੀ ਜਾਂਦੀ ਸੀ। ਕਲਾ ਦਾ ਨਾ ਹੀ ਕੋਈ ਅੰਤ ਹੈ ਤੇ ਨਾ ਹੀ ਕੋਈ ਸ਼ੁਰੂਆਤ ਹੈ। ਇਹ ਆਪਣੇ ਆਪ ਵਿੱਚ ਹੀ ਬਹੁਤ ਵੱਡਾ ਹੈ। ਇਹ ਇੱਕ ਹਾਵ ਭਾਵ ਹਨ, ਜਿਵੇਂ ਕਿ ਅਸੀਂ ਆਪਣੇ ਹਾਵ ਭਾਵ ਬਾਹਰ ਲਿਆ ਸਕਦੇ ਹਾਂ ਤੇ ਇਹ ਇੱਕ ਆਰਟ ਹੈ ਜਿਹੜਾ ਇਹ ਸਾਨੂੰ ਅਮੀਰ ਬਣਾਉਂਦਾ ਹੈ, ਹਰ ਵਿਅਕਤੀ ਨੂੰ ਅਮੀਰ ਬਣਾਉਂਦਾ ਹੈ। ਆਰਟ ਉੱਚਾ ਤੇ ਵੱਡਾ ਹੁੰਦਾ ਹੈ, ਜਿੰਨਾ ਮਰਜ਼ੀ ਇਸ ਨੂੰ ਵੱਡਾ ਕਰ ਲਓ। ਇਹ ਇੱਕ ਆਰਟ ਹੈ। ਆਰਟ ਬਾਹਰੋਂ ਕਲਾ ਨਾ ਹੀ ਬਾਹਰੋਂ ਆਉਂਦੀ ਹੈ ਤੇ ਨਾ ਹੀ ਕੋਈ ਇਸ ਨੂੰ ਦੇ ਸਕਦਾ ਹੈ। ਵਿਕਾਸ ਦਾ ਇਹ ਸੋਮਾ ਹੈ। ਕਲਾ ਵਿੱਚ ਇਹ ਸਫਾਈ ਹੁੰਦੀ ਹੈ, ਪੈਸੇ ਦੀ ਸਫਾਈ ਹੁੰਦੀ ਹੈ ਅਤੇ ਤਨ ਦੀ ਸਫਾਈ ਹੁੰਦੀ ਹੈ ਅਤੇ ਮਨ ਦੀ ਸਫਾਈ ਹੁੰਦੀ ਹੈ। ਇਹ ਇੱਕ ਅੰਦਰੂਨੀ ਹਾਵ ਭਾਵ ਹਨ। ਇਹ ਕਲਾ ਦੇ ਵਿੱਚ ਅਸੀਂ ਆਪਣੇ ਹਾਵ ਭਾਵ ਨੂੰ ਬਾਹਰ ਕੱਢ ਸਕਦੇ ਹਾਂ। ਇਹ ਇੱਕ ਚਿੱਤਰਕਾਰੀ ਹੈ। ਜੇ ਮੈਂ ਹੁਣ ਗੱਲ ਕਰਾਂ ਤਾਂ ਸਾਡੇ ਬਹੁਤ ਹੀ ਮਹਾਨ ਚਿੱਤਰਕਾਰ ਹੋਏ ਹਨ, ਜਿਵੇਂ ਕਿ ਸ਼ੋਭਾ ਸਿੰਘ ਜੀ ਨੇ ਇੱਕ ਬਹੁਤ ਮਹਾਨ ਚਿੱਤਰਕਾਰ ਹੋਏ ਹਨ ਅਤੇ ਉਹਨਾਂ ਨੇ ਆਪਣੇ ਹਾਵ ਭਾਵ ਬਾਹਰ ਪ੍ਰਗਟ ਕਰਨ ਦੇ ਲਈ ਬਹੁਤ ਸਾਰੀਆਂ ਤਸਵੀਰਾਂ ਬਣਾਈਆਂ ਹਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ, ਮਹਾਰਾਜਾ ਰਣਜੀਤ ਸਿੰਘ, ਹੀਰ ਰਾਂਝਾ, ਸੱਸੀ ਪੁੰਨੂ ਅਤੇ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਇਹਨਾਂ ਨੇ ਬਣਾਈਆਂ ਹਨ। ਅਸੀਂ ਇਹਨਾਂ ਨੂੰ ਰੰਗਾਂ ਦਾ ਸੋਮਾ ਕਹਿੰਦੇ ਹਾਂ ਅਤੇ ਜਿਵੇਂ ਕਿ ਕਿਸੇ ਕਲਾਕਾਰ ਨੂੰ ਜਾਂ ਕਿਸੇ ਰਾਈਟਰ ਨੂੰ ਅਸੀਂ ਜੇ ਕੋਈ ਉਹ ਬੁੱਕ ਲਿਖਦਾ ਹੈ ਜਾਂ ਕੋਈ ਨਾਵਲ ਲਿਖਦਾ ਹੈ ਜਾਂ ਕੋਈ ਨਾਟਕ ਲਿਖਦਾ ਹੈ ਤਾਂ ਅਸੀਂ ਉਸਨੂੰ ਕੀ ਕਹਿ ਸਕਦੇ ਹਾਂ? ਕਲਮ ਦਾ ਧਨੀ। ਪਰ ਅਸੀਂ ਇੱਥੇ ਇਹਨਾਂ ਨੂੰ ਕਵਾਂਗੇ ਬੁਰਸ਼ ਦੇ ਧਨੀ। ਇਹਨਾਂ ਦੀਆਂ ਤਸਵੀਰਾਂ ਆਮ ਕਰਕੇ ਕੰਧਾਂ ਨਾਲ ਹੀ ਨਹੀਂ ਲਟਕਦੀਆਂ, ਸਗੋਂ ਕਿ ਦਿਲਾਂ ਵਿੱਚ ਬੋਲਦੀਆਂ ਹਨ। ਸੋ ਇਹਨਾਂ ਨੇ ਬਹੁਤ ਸਾਰੀਆਂ ਤਸਵੀਰਾਂ ਬਣਾਈਆਂ ਹਨ। ਇਹ ਇੱਕ ਆਰਟ ਹੈ। ਆਰਟ ਜਿਹੜਾ ਆਪਣੇ ਹਾਵ ਭਾਵ ਨੂੰ ਬਾਹਰ ਲਿਆਉਂਦਾ ਹੈ, ਉਸ ਨੂੰ ਅਸੀਂ ਆਰਟ ਕਹਿੰਦੇ ਹਾਂ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਅਮ੍ਰਿਤਾ ਸ਼ੇਰਗਿੱਲ ਦੀ ਕਰਾਂ। ਇਹਨਾਂ ਦੇ ਬਾਰੇ ਵਿੱਚ ਜੇ ਮੈਂ ਡਿਟੇਲ ਵਿੱਚ ਜਾਵਾਂ ਤਾਂ ਬਹੁਤ ਸਾਰਾ ਲੈਕਚਰ ਹੈ। ਅਮ੍ਰਿਤਾ ਸ਼ੇਰਗਿੱਲ ਜੀ ਇੱਕ ਹੋਏ ਨੇ, ਉਹਨਾਂ ਨੇ ਵੀ ਆਪਣੇ ਬਹੁਤ ਮਸ਼ਹੂਰ ਪੇਂਟਰ ਨੇ, ਉਹਨਾਂ ਨੇ ਵੀ ਆਪਣੇ ਆਰਟ ਨੂੰ ਅੱਗੇ ਲਿਆਂਦਾ ਹੈ ਅਤੇ ਉਹਨਾਂ ਨੇ ਜਿਵੇਂ ਕਿ ਪਹਿਲੀ ਤਸਵੀਰ ਹੈ ਉਸ ਦੇ ਵਿੱਚ ਕੋਈ ਲੇਡੀਜ਼ ਬੈਠੀਆਂ ਹਨ ਤੇ ਉਹ ਆਪਣੇ ਹਾਵ ਭਾਵ ਬਾਹਰ ਕੱਢ ਰਹੀਆਂ ਹਨ ਤੇ ਬੜੇ ਅਫਸੋਸ ਜਿਹੇ ਦੇ ਵਿੱਚ ਕੋਈ ਬੈਠੀਆਂ। ਉਸ ਤੋਂ ਬਾਅਦ ਮੈਂ ਦੂਜੀ ਤਸਵੀਰ ਦੀ ਗੱਲ ਕਰਾਂ ਤੇ ਲੇਡੀਜ਼ ਘਰ ਵਿੱਚ ਬੈਠ ਕੇ ਕੰਮ ਕਰ ਰਹੀਆਂ ਹਨ ਤੇ ਨਾਲ ਹੀ ਆਪਣਾ ਕੋਈ ਦੁੱਖ ਸੁੱਖ ਤੇ ਆਪਣੇ ਹਾਵ ਭਾਵ ਬਾਹਰ ਕੱਢ ਰਹੀਆਂ ਹਨ। ਤੇ ਉਸ ਤੋਂ ਬਾਅਦ ਉਹਨਾਂ ਨੇ ਜ਼ਿੰਦਗੀ ਨਾਲ ਬਹੁਤ ਜ਼ਿਆਦਾ ਮਜਬੂਰੀ ਨਾਲ ਜੁੜੇ ਹੋਏ ਲੋਕਾਂ ਦੀ ਤੇ ਮਿਹਨਤੀ ਲੋਕਾਂ ਦੀ ਤਸਵੀਰਾਂ ਬਣਾਈਆਂ ਹਨ। ਉਹਨਾਂ ਨੇ ਜਿਵੇਂ ਕਿ ਰੇਹੜੀਆਂ ਤੇ ਕੇਲੇ ਵੇਚਦੇ, ਨਿੰਬੂ ਵੇਚਦੇ ਤੇ ਸੜਕਾਂ ਤੇ ਰੋੜੀ ਕੁੱਟ ਰਹੀਆਂ ਔਰਤਾਂ ਦੀਆਂ ਤਸਵੀਰਾਂ ਬਣਾਈਆਂ ਹਨ ਅਤੇ ਉਹਨਾਂ ਨੇ ਵੀ ਬਹੁਤ ਸਾਰੀਆਂ ਤਸਵੀਰਾਂ ਬਣਾ ਕੇ ਆਪਣੇ ਹਾਵ ਭਾਵ ਬਾਹਰ ਪ੍ਰਗਟ ਕੀਤੇ ਹਨ। ਸੋ ਇਸ ਕਰਕੇ ਮੈਂ ਇਹਨਾਂ ਨੇ ਬਹੁਤ ਸਾਰੇ, ਇਹਨਾਂ ਨੂੰ ਕਿਸੇ ਨੇ ਪੁੱਛਿਆ ਗਿਆ ਕਿ ਤੁਸੀਂ ਇਹੋ ਜਿਹੀਆਂ ਤਸਵੀਰਾਂ ਕਿਉਂ ਬਣਾਉਂਦੇ ਹੋ, ਤਾਂ ਉਹਨਾਂ ਨੇ ਕਿਹਾ ਕਿ ਮੈਂ ਮਜਬੂਰੀ ਤੇ ਗਰੀਬੀ ਨੂੰ ਮੁੱਖ ਰੱਖ ਕੇ ਇਹ ਤਸਵੀਰਾਂ ਬਣਾ ਰਹੀ ਹਾਂ। ਸੋ ਇਸ ਕਰਕੇ ਜੇ ਮੈਂ ਇਹਨਾਂ ਚਿੱਤਰਕਾਰਾਂ ਦੀ ਗੱਲ ਕਰਾਂ ਤਾਂ ਬਹੁਤ ਕੁਛ ਹੈ। ਤਾਂ ਇਸ ਤੋਂ ਬਾਅਦ ਮੈਂ ਹੁਣ ਗੱਲ ਕਰਾਂ ਤਾਂ ਆਰਟ ਦੀ। ਆਰਟ ਇੱਕ ਗਾਉਣਾ ਜਿਵੇਂ ਕਿ ਕਢਾਈ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਾ ਦੇ ਵਿੱਚ ਬਹੁਤ ਜ਼ਿਆਦਾ, ਜਿਵੇਂ ਕਿ ਇੱਕ ਮੂਰਤੀ ਬਣਾਉਣਾ, ਬੁੱਤ ਤੇ ਮੂਰਤੀ ਬਣਾ ਰਹੇ ਹਨ। ਜਿਵੇਂ ਕਿ ਗਾਉਣਾ, ਇਹ ਵੀ ਇੱਕ ਬਹੁਤ ਵੱਡਾ ਆਰਟ ਹੈ। ਗਾਉਣਾ ਆਪਣੇ ਹਾਵ ਭਾਵ ਨੂੰ ਬਾਹਰ ਕੱਢਣਾ, ਮੂਰਤੀ ਬਣਾਉਣਾ ਆਪਣੇ ਹਾਵ ਭਾਵ ਨੂੰ ਚਿੱਤਰ ਦੇ ਦੁਆਰਾ ਬਾਹਰ ਕੱਢਣਾ। ਤੇ ਪੇਂਟਿੰਗ
ਤੇ ਪੇਂਟਿੰਗ ਕਰਨਾ, ਪੇਂਟਿੰਗ ਵੀ ਕਿਸੇ ਦੇ ਹੂ ਉਸੇ ਤਰ੍ਹਾਂ ਹੀ ਉਹਦੇ ਹਾਵ ਭਾਵ ਬਾਹਰ ਲਿਆ ਦੇਣੇ ਜਿਹੋ ਜਿਹੀ ਉਸਦੀ ਸ਼ਕਲ ਹੋਣੀ। ਨੱਚਣਾ, ਨੱਚਣਾ ਵੀ ਇੱਕ ਹਾਵ ਭਾਵ ਹੈ, ਇਹ ਵੀ ਆਪਣੀ ਇੱਕ ਕਲਾ ਹੈ। ਸੰਗੀਤ, ਸੰਗੀਤ ਵੀ ਇੱਕ ਗਾਉਣਾ ਹੈ। ਮੈਂ ਆਪਣੇ ਆਰਟ ਨੂੰ ਇਸ ਤਰ੍ਹਾਂ ਕਰਕੇ, ਮੈਂ ਆਪਣੇ ਲੈਕਚਰ ਨੂੰ ਤਾਂ ਇਸ ਕਰਕੇ ਲੈ ਕੇ ਆਂਦਾ ਕਿ ਸਾਰੇ ਆਪਾਂ ਲੈਕਚਰ ਦੇਈ ਜਾਂਦੇ, ਨਹੀਂ ਵੀ ਲੈਕਚਰ ਦੇਣੀ ਆ, ਥੋੜਾ ਜਿਹਾ ਵੱਖਰਾ ਜਿਹਾ ਹੋ ਜਾਵੇ ਤੇ ਸਾਰਿਆਂ ਦਾ ਮਨ ਥੋੜਾ ਜਿਹਾ ਹੋਰ ਤਰੀਕੇ ਨਾਲ ਚੇਂਜ ਹੋ ਸਕਦਾ ਹੈ। ਤੋ ਹੋਰ ਮੈਂ ਗੱਲ ਕਰਾਂ ਤਾਂ ਮੈਂ ਅੱਗੇ ਹੋਰ ਤੋਰਾ ਇਸ ਪੇਂਟ ਨੂੰ, ਅੱਗੇ ਕੀ ਹੈ ਸ਼ਿਲਪਕਾਰੀ। ਜਿਵੇਂ ਕਿ ਸ਼ਿਲਪਕਾਰੀ ਦੇ ਵਿੱਚ ਘੜਾ ਬਣਾਉਣਾ, ਘੜਾ ਤਾਂ ਅਸੀਂ ਬਣਾ ਲਿਆ, ਪਰ ਜਿਹੜਾ ਉਸਦੇ ਉੱਪਰ ਇੱਕ ਚਿੱਤਰ ਕਰਨਾ, ਜਾਂ ਉਸ ਘੜਾ ਮਿੱਟੀ ਦਾ ਬਣ ਗਿਆ ਤੇ ਉਹ ਸੁੱਕ ਗਿਆ, ਉਸਦੇ ਉੱਪਰ ਰੰਗ ਕਰ ਲਿਆ, ਰੰਗ ਕਰਕੇ ਉਸਦੇ ਉੱਪਰ ਰੰਗਾਂ ਦੇ ਨਾਲ ਹੀ ਕੋਈ ਵੇਲ ਬੂਟੇ ਪਾਉਣੇ, ਉਹ ਇੱਕ ਕਲਾ ਹੈ ਤੇ ਜਿਹੜੀ ਅੰਤਮ ਸ਼ੋਅ ਨੂੰ ਕਰਾਫਟ ਕਿਹਾ ਜਾਂਦਾ ਹੈ। ਕਰਾਫਟ, ਘੜਾ ਬਣਾਉਣਾ ਕਰਾਫਟ ਹੈ ਤੇ ਉਸਦੇ ਉੱਪਰ ਵੇਲ ਬੂਟੇ ਬਣਾਉਣੇ ਕੀ ਹੈ, ਕਲਾ। ਇਹ ਇੱਕ ਕਲਾ ਹੈ। ਜਿਵੇਂ ਕਿ ਅਸੀਂ ਹੋਰ ਵੀ ਸ਼ਿਲਪਕਾਰ ਵਿੱਚ ਬਣਾਉਂਦੇ ਹਾਂ, ਜਿਵੇਂ ਘੜੇ ਬਣਾਉਣਾ, ਘੜੇ ਬਣਾਉਣਾ ਇਹ ਆਮ ਕਰਕੇ ਮਿੱਟੀ ਦੇ ਬਣਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਕਿ ਇਹਨਾਂ ਨੂੰ ਘੜੇ ਬਣਾ ਕੇ ਇਹਨਾਂ ਨੂੰ ਰੰਗ ਕਰਕੇ ਆਮ ਕਰਕੇ ਵੇਚੇ ਜਾਂਦੇ ਹਨ। ਇਹ ਵੀ ਇੱਕ ਰੋਟੀ ਰੋਜੀ ਦਾ ਸਾਧਨ ਹੈ। ਉਸ ਤੋਂ ਬਾਅਦ ਕੀ ਹੈ ਕਿ ਜੁੱਤੀਆਂ ਬਣਾਉਣਾ, ਜੁੱਤੀਆਂ ਬਣਾਉਣਾ ਵੀ ਇੱਕ ਕਰਾਫਟ ਹੈ। ਇਹ ਇੱਕ ਘਰਾਂ ਦੇ ਵਿੱਚ ਆਮ ਕਰਕੇ ਔਰਤਾਂ ਜੁੱਤੀਆਂ ਬਣਾਉਂਦੀਆਂ ਹਨ ਤੇ ਇਹ ਜੁੱਤੀਆਂ ਬਣਾ ਕੇ ਇਹਨਾਂ ਤੇ ਮੀਨਾਕਾਰੀ ਜਿਹੜੀ ਕੀਤੀ ਜਾਂਦੀ ਹੈ ਉਹ ਇੱਕ ਕਲਾ ਹੈ। ਕਰਾਫਟ ਆਰਟ ਦੀ ਅੰਤਮ ਸ਼ੋਅ ਨੂੰ ਕਰਾਫਟ ਕਹਿੰਦੇ ਹਨ। ਕਢਾਈ ਜੋ ਕੱਪੜਿਆਂ ਉੱਪਰ ਕੀਤੀ ਜਾਂਦੀ ਹੈ, ਜਿਸ ਤਰ੍ਹਾਂ ਕਿ ਅਸੀਂ ਇੱਕ ਸੂਟ ਬਣਾ ਲਿਆ, ਸੂਟ ਦੇ ਉੱਪਰ ਜਿਹੜੀ ਵੀ ਕੋਈ ਮੀਨਾਕਾਰੀ ਕਰਨੀ ਹੈ ਜਾਂ ਪੇਂਟ ਕਰਨਾ ਜਾਂ ਉਸ ਤੇ ਆਰਟ ਐਂਡ ਕਰਾਫਟ ਉਸ ਦੇ ਉੱਪਰ ਕਢਾਈ ਕਰਨੀ, ਉਸ ਨੂੰ ਕੀ ਕਹਿੰਦੇ ਹੈ, ਕਲਾ। ਆਰਟ ਦੂਸਰਿਆਂ ਨੂੰ ਸਿਖਾ ਸਕਦਾ ਹੈ, ਪਰ ਆਰਟ ਦੂਸਰਿਆਂ ਨੂੰ ਸਿਖਾ ਨਹੀਂ ਸਕਦਾ, ਕਰਾਫਟ ਦੂਸਰੇ ਨੂੰ ਸਿਖਾ ਸਕਦਾ ਹੈ। ਆਰਟ ਇੱਕ ਪੁਰਾਣੀ ਸਭਿਅਤਾ ਹੈ, ਸਾਡਾ ਪੁਰਾਣਾ ਕਲਚਰ ਪੁਰਾਣੀ ਸਭਿਅਤਾ ਦੇ ਨਾਲ ਜੁੜਿਆ ਹੋਇਆ ਹੈ। ਸਾਡਾ ਆਰਟ ਤੇ ਕਰਾਫਟ ਦੋਨੋਂ ਹੀ ਇੱਕ ਪੁਰਾਣੇ ਬਹੁਤ ਜ਼ਿਆਦਾ ਅਮੀਰ ਵਿਰਸਾ ਹੈ। ਸੋ ਜੁੱਤੀਆਂ ਬਣਾਉਣਾ ਤਾਂ ਹੋ ਗਿਆ। ਉਸ ਤੋਂ ਬਾਅਦ ਮੈਂ ਗੱਲ ਕਰਾਂ ਪਰਾਂਦੀਆਂ ਦੀ। ਪਰਾਂਦੀਆਂ ਬਣਾਉਣਾ ਵੀ ਇੱਕ ਆਰਟ ਹੈ। ਇਹ ਵੀ ਪਰਾਂਦੀਆਂ ਘਰਾਂ ਦੇ ਵਿੱਚ ਬੈਠ ਕੇ ਔਰਤਾਂ ਬਣਾਉਂਦੀਆਂ ਹਨ ਅਤੇ ਇਹਨਾਂ ਨੂੰ ਸਿਲਕ ਦੀਆਂ ਰੀਲਾਂ ਨਾਲ ਆਦਿ ਬਣਾਇਆ ਜਾਂਦਾ ਹੈ ਤੇ ਇਹ ਵੀ ਦੁਕਾਨਾਂ ਆਦਿ ਤੇ ਵੇਚ ਕੇ ਆਪਣਾ ਰੋਟੀ ਰੋਜੀ ਦਾ ਸਾਧਨ ਬਣ ਸਕਦਾ ਹੈ। ਟੋਕਰੀ ਬਣਾਉਣਾ, ਟੋਕਰੀਆਂ ਬਣਾਉਣਾ ਵੀ ਇੱਕ ਆਰਟ ਹੈ। ਟੋਕਰੀਆਂ ਵੀ ਇੱਕ ਘਰਾਂ ਵਿੱਚ ਬੈਠ ਕੇ ਅਸੀਂ ਬਣਾ ਸਕਦੇ ਹਾਂ ਤੇ ਇਹਨਾਂ ਨੂੰ ਵੇਚ ਸਕਦੇ ਹਾਂ। ਔਰਤਾਂ ਇਹਨਾਂ ਨੂੰ ਘਰਾਂ ਵਿੱਚ ਬੈਠ ਕੇ ਹੀ ਬਣਾ ਲੈਂਦੀਆਂ ਹਨ ਜਿਵੇਂ, ਤੇ ਇਹ ਇੱਕ ਅਸੀਂ ਇਹ ਵੀ ਸਾਡੀ ਰੋਟੀ ਰੋਜੀ ਦਾ ਸਾਧਨ ਹੈ। ਸਭ ਤੋਂ ਮੈਂ ਗੱਲ ਮਸ਼ਹੂਰ ਸਾਡੀ ਸਭਿਅਤਾ ਨਾਲ ਜੁੜੀ ਹੋਈ ਦੀ ਗੱਲ ਕਰਾਂ ਤਾਂ ਉਹ ਹੈ ਪੱਖੀਆਂ ਬਣਾਉਣਾ। ਪੱਖੀਆਂ ਬਣਾਉਣਾ ਇੱਕ ਬਹੁਤ ਪੁਰਾਣਾ ਵਿਰਸਾ ਹੈ। ਪਹਿਲੋਂ ਪਹਿਲ ਘਰਾਂ ਦੇ ਵਿੱਚ ਕੂਲਰ, ਪੱਖੇ, ਏਸੀ ਵਗੈਰਾ ਨਹੀਂ ਹੁੰਦੇ ਸਨ ਤੇ ਲੋਕ ਇਹਨਾਂ ਦੀ ਮਦਦ ਦੇ ਨਾਲ ਇਹ ਆਪਣੇ ਪੱਖੀਆਂ ਦੀ ਹਵਾ ਲੈਂਦੇ ਸਨ। ਪੱਖੀਆਂ ਬੁਣਨਾ, ਤਾਣੇ ਬਾਣੇ ਦੀ ਸਹਾਇਤਾ ਨਾਲ ਇਹ ਪੱਖੀਆਂ ਬਣਾਈਆਂ ਜਾਂਦੀਆਂ ਹਨ ਅਤੇ ਇਹਦੇ ਵਿੱਚ ਫੁੱਲ ਜਿਹੜੇ ਤਾਣਾ ਤਾਂ ਪਾ ਲਿਆ, ਪਰ ਜਿਹੜਾ ਇਸਦੇ ਵਿੱਚ ਫੁੱਲ ਬੂਟੀਆਂ ਪਾਉਣਾ ਹੈ ਉਹ ਇੱਕ ਕਲਾ ਹੈ। ਫਿਰ ਉਸ ਤੋਂ ਬਾਅਦ ਇਹਨਾਂ ਦੇ ਉੱਪਰ ਝਾਲਰ ਲਗਾਈ ਜਾਂਦੀ ਹੈ। ਝਾਲਰ ਲਗਾ ਕੇ ਫਿਰ ਇਸ ਦੇ ਉੱਪਰ ਕੋਈ ਆਪਣੀ ਮਰਜ਼ੀ ਮੁਤਾਬਕ ਜਿਸ ਤਰ੍ਹਾਂ ਕਿ ਮੋਤੀ ਜਾਂ ਕੋਈ ਲੈਸ ਵਗੈਰਾ ਲਗਾ ਕੇ ਇਹਨਾਂ ਨੂੰ ਸਜਾਇਆ ਜਾਂਦਾ ਹੈ। ਇਹ ਆਮ ਕਰਕੇ ਵਿਆਹ ਸ਼ਾਦੀਆਂ ਦੇ ਵਿੱਚ ਹੀ ਇਹਨਾਂ ਨੂੰ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਕਰਾਫਟ ਸਭਿਅਤਾ ਸਿਖਾਉਂਦਾ ਹੈ। ਰਿਵਾਜ ਦੇ ਅਨੁਸਾਰ ਅਸੀਂ ਇਸ ਨੂੰ ਬਦਲ ਸਕਦੇ ਹਾਂ। ਵਿਸ਼ਵਾਸ ਦਿਵਾਉਂਦਾ ਹੈ। ਕਰਾਫਟ ਇੱਕ ਕਮਾਈ ਦਾ ਸਾਧਨ ਹੈ। ਕਰਾਫਟ ਇੱਕ ਦੂਜੇ ਨੂੰ ਦਿੱਤਾ ਜਾ ਸਕਦਾ ਹੈ, ਪਰ ਆਰਟ ਇੱਕ ਦੂਸਰੇ ਨੂੰ ਨਹੀਂ ਦਿੱਤਾ ਜਾ ਸਕਦਾ। ਹੁਣ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਮੰਜਾ ਬੁਣਨਾ। ਮੰਜਾ ਬੁਣਨਾ ਵੀ ਇੱਕ ਕਰਾਫਟ ਹੈ। ਘਰਾਂ ਦੇ ਵਿੱਚ ਆਮ ਕਰਕੇ ਇਹਨਾਂ ਮੰਜਿਆਂ ਦੀ ਜ਼ਰੂਰਤ ਪੈਂਦੀ ਹੈ ਤੇ ਆਮ ਹੀ ਲੋਕ ਘਰਾਂ ਵਿੱਚ ਇਹ ਵਰਤਦੇ ਹਨ ਤੇ ਇਹ ਵੀ ਇੱਕ ਆਰਟ ਹੈ। ਇਹ ਆਮ ਕਰਾਫਟ ਹੈ। ਇਹ ਆਮ ਕਰਕੇ ਦੁਕਾਨਾਂ ਤੋਂ ਬਣੇ ਬਣਾਏ ਵੀ ਮਿਲ ਜਾਂਦੇ ਆ, ਪਰ ਇਹ ਘਰਾਂ ਵਿੱਚ ਵੀ ਇਹ ਕਿਸੇ ਨੂੰ ਹੀ ਬੁਣਨਾ ਆਉਂਦਾ ਹੈ, ਇਸ ਕਰਕੇ ਅਸੀਂ ਇਸ ਨੂੰ ਵੀ ਕਰਾਫਟ ਕਹਿੰਦੇ ਹਾਂ। ਇਹ ਵੀ ਇੱਕ ਰੋਟੀ ਰੋਜੀ ਦਾ ਸਾਧਨ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਦਰੀਆਂ ਬੁਣਨਾ। ਘਰਾਂ ਦੇ ਵਿੱਚ ਪਹਿਲੋਂ ਪਹਿਲ ਔਰਤਾਂ ਤਾਣੇ ਬਣੇ ਦੀ ਸਹਾਇਤਾ ਨਾਲ ਇਹ ਦਰੀਆਂ ਬੁਣਿਆ ਕਰਦੀਆਂ ਸੀ ਅਤੇ ਸਭ ਤੋਂ ਪਹਿਲਾਂ ਇਹ ਕੱਪੜਾ ਧਾਗਾ ਤਿਆਰ ਕੀਤਾ ਜਾਂਦਾ ਹੈ, ਖੱਡੀ ਤੇ ਬਣਾਇਆ ਜਾਂਦਾ ਹੈ, ਚਰਖੇ ਤੇ ਕੱਤਿਆ ਜਾਂਦਾ ਹੈ, ਫਿਰ ਉਸ ਤੋਂ ਬਾਅਦ ਇਸ ਦਾ ਤਾਣਾ ਪਾਇਆ ਜਾਂਦਾ ਹੈ ਤੇ ਜਿਹੜਾ ਅਸੀਂ ਇਸ ਦੇ ਵਿੱਚ
ਬਾਣਾ, ਤਾਣਾ ਤੇ ਬਾਣਾ ਇਹ ਕਿਸੇ ਨੂੰ ਘੱਟ ਹੀ ਪਤਾ ਹੁੰਦਾ ਹੈ ਕਿ ਤਾਣਾ ਕਿਸ ਨੂੰ ਕਹਿੰਦੇ ਆ ਤੇ ਬਾਣਾ ਕਿਸ ਨੂੰ ਕਹਿੰਦੇ ਹੈ। ਬਾਣੇ ਦਾ ਮਤਲਬ ਕੀ ਹੋਇਆ? ਬੁਣਨਾ। ਅਸੀਂ ਬੁਣਨਾ, ਇਸ ਨੂੰ ਬੁਣਨ ਦੇ ਨਾਲ ਜਿਹੜੇ ਵੇਲ ਬੂਟੀਆਂ ਜਾਂ ਕੋਈ ਵੀ ਪੰਛੀ ਪਾਉਂਦੇ ਆ ਤੇ ਉਸ ਨੂੰ ਕੀ ਅਸੀਂ ਕਹਿੰਦੇ ਹਾਂ? ਕਲਾ, ਆਰਟ ਕਹਿੰਦੇ ਆ। ਉਹ ਅਸੀਂ ਆਪਣੇ ਆਰਟ ਦੇ ਨਾਲ ਹੀ ਬਣਾ ਸਕਦੇ ਹਾਂ। ਉਸ ਤੋਂ ਬਾਅਦ ਮੈਂ ਜੇ ਗੱਲ ਕਰਾਂ, ਇਹ ਵੀ ਇੱਕ ਰੋਟੀ ਰੋਜੀ ਦਾ ਸਾਧਨ ਹੈ। ਪਹਿਲੋਂ ਪਹਿਲ ਸਾਡੀ ਸਭਤਾ ਨਾਲ ਇਹ ਦਰੀਆਂ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਸਨ, ਪਰ ਹੁਣ ਸਾਨੂੰ ਇਹ ਦਰੀਆਂ ਦੀ ਘੱਟ ਹੀ ਵੇਖਣ ਨੂੰ ਦਿਖਾਈ ਦਿੰਦੀਆਂ ਹਨ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਚਰਖੇ ਦੀ। ਚਰਖਾ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼, ਦਿਲਚਸਪੀ ਚੀਜ਼ ਹੈ। ਇਸ ਨੂੰ ਆਮ ਕਰਕੇ ਘਰਾਂ ਦੇ ਵਿੱਚ ਔਰਤਾਂ ਬਣਾਉਂਦੀਆਂ ਸਨ ਤੇ ਇਹ ਕੱਤਦੀਆਂ ਸਨ। ਪਹਿਲਾਂ ਇਸ ਦੇ ਗਲੋਟੇ ਬਣਾਏ ਜਾਂਦੇ ਸੀ, ਫਿਰ ਇਸ ਨੂੰ ਉਤੇਰਿਆ ਜਾਂਦਾ ਸੀ, ਫਿਰ ਪਹਿਲਾਂ ਬੂਣੀਆਂ ਵੱਟੀਆਂ ਜਾਂਦੀਆਂ ਸੀ, ਫਿਰ ਕੱਤਿਆ ਜਾਂਦਾ ਸੀ, ਫਿਰ ਗਲੋਟੇ ਬਣਾਏ ਜਾਂਦੇ ਸੀ, ਫਿਰ ਤੇਰਿਆ ਜਾਂਦਾ ਸੀ। ਉਸ ਤੋਂ ਬਾਅਦ ਇਹਨੂੰ ਇਹਦੀਆਂ ਗੁੱਟੀਆਂ ਬਣਾ ਕੇ ਫਿਰ ਇਹਨੂੰ ਰੰਗ ਕੇ ਫਿਰ ਇਸ ਦੀਆਂ ਗੁੱਟੀਆਂ ਬਣਾ ਕੇ ਫਿਰ ਇਹ ਦਰੀਆਂ ਦੇ ਮੰਜਿਆਂ ਦੇ ਕੰਮ ਆਉਂਦੀਆਂ ਸਨ। ਚਰਖਾ ਕੱਤਣਾ ਇੱਕ ਬਹੁਤ ਹੀ ਪੁਰਾਣਾ ਰਿਵਾਜ ਹੈ, ਪਰ ਆਮ ਹੁਣ ਇਹ ਲੋਕ ਹੁੰਦੇ ਜਾ ਰਹੇ ਹਨ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਚੂੜਾ ਬਣਾਉਣਾ। ਚੂੜਾ ਬਣਾਉਣਾ ਵੀ ਇੱਕ ਆਰਟ ਹੈ, ਕ੍ਰਾਫਟ ਹੈ। ਚੂੜਾ ਇਹ ਦੁਲਹਨ ਦੇ ਕੰਮ ਆਉਂਦਾ ਹੈ। ਇਸ ਨੂੰ ਇਹ ਘਰਾਂ ਵਿੱਚ ਬੈਠ ਕੇ ਔਰਤਾਂ, ਮੈਂ ਬਹੁਤ ਜ਼ਿਆਦਾ ਦੇਖਿਆ ਇਹਨਾਂ ਨੂੰ, ਇਹ ਘਰਾਂ ਵਿੱਚ ਬੈਠ ਕੇ ਬਣਾਉਂਦੀਆਂ ਹਨ, ਜਿਹੜੀਆਂ ਕਿ ਦੁਕਾਨਾਂ ਤੇ ਸੇਲ ਹੋ ਜਾਂਦੇ ਹਨ ਤੇ ਆਮ ਲੋਕ ਇਹਨਾਂ ਨੂੰ ਲੈ ਜਾਂਦੇ ਹਨ। ਇਹਨਾਂ ਤੇ ਚੂੜਾ ਬਣਾ ਲਿਆ, ਪਰ ਜਿਹੜੀ ਇਸ ਤੇ ਅਸੀਂ ਮੀਨਾਕਾਰੀ ਕੀਤੀ ਆ ਉਸ ਨੂੰ ਕੀ ਕਹਿਣਾ ਹੈਗਾ? ਉਸ ਨੂੰ ਅਸੀਂ ਆਰਟ ਕਵਾਂਗੇ। ਉਸ ਤੋਂ ਬਾਅਦ ਛੱਜ ਬਣਾਉਣਾ। ਛੱਜ ਬਣਾਉਣਾ ਵੀ ਇੱਕ ਕ੍ਰਾਫਟ ਹੈ। ਛੱਜ ਬਣਾ ਲਿਆ। ਛੱਜ ਵੀ ਆਮ ਕਰਕੇ ਘਰਾਂ ਵਿੱਚ ਵਰਤਦੇ ਹਨ, ਜਿਵੇਂ ਕਿ ਚਾਵਲ ਛੱਟਣੇ, ਦਾਲਾਂ ਛੱਟਣੀਆਂ, ਕਣਕਾਂ ਛੱਟਣੀਆਂ। ਇਹ ਆਮ ਹੀ ਲੋਕ ਗਲੀਆਂ ਵਿੱਚ ਵੇਚਦੇ ਫਿਰਦੇ ਹਨ ਅਤੇ ਇਹ ਛੱਜ ਬਣਾ ਲਿਆ। ਉਸ ਤੋਂ ਬਾਅਦ ਜਿਹੜਾ ਇਸ ਦੇ ਉੱਪਰ ਮੀਨਾਕਾਰੀ ਕਰ ਲਈ ਜਾਂ ਇਸ ਨੂੰ ਅਸੀਂ ਬਣਾ ਲਿਆ ਤੇ ਉਹ ਕੀ ਹੈ? ਕ੍ਰਾਫਟ। ਉਸ ਤੋਂ ਬਾਅਦ ਸਭ ਤੋਂ ਵੱਡੀ ਸਾਡੀ ਕਢਾਈ ਦੇ ਨਾਲ ਜੁੜਿਆ ਹੋਇਆ ਕੀ ਹੈ? ਆਰੀ। ਆਰੀ ਬਣਾਉਣਾ, ਆਰੀ ਦੀ ਕਢਾਈ ਕਰਨਾ। ਇਹ ਇੱਕ ਗੋਲ ਫਰੇਮ ਵੀ ਹੁੰਦੇ ਹਨ ਤੇ ਵੱਡੇ ਵੱਡੇ ਫਰੇਮ ਵੀ ਹੁੰਦੇ ਹਨ, ਜਿਹੜੇ ਕਿ ਆਮ ਘਰਾਂ ਦੇ ਵਿੱਚ ਬੈਠ ਕੇ ਇਹ ਆਰੀ ਬਣਾਉਂਦੇ ਹੈ, ਆਰੀ ਦੀ ਕਢਾਈ ਕਰਦੇ ਹਨ ਅਤੇ ਆਪਣਾ ਡੈਲੀਕੇਟ ਮਟੀਰੀਅਲ ਲਗਾ ਕੇ ਇਸ ਨੂੰ ਕਢਾਈ ਕੀਤੀ ਜਾਂਦੀ ਹੈ। ਇਹ ਆਰੀ ਵੀ ਇੱਕ ਕ੍ਰਾਫਟ ਹੈ। ਇਹ ਵੀ ਘਰਾਂ ਵਿੱਚ ਬੈਠ ਕੇ ਕੀਤੀ ਜਾ ਸਕਦੀ ਹੈ ਤੇ ਆਪਣੀ ਰੋਟੀ ਰੋਜੀ ਦਾ ਸਾਧਨ ਬਣ ਜਾਂਦਾ ਹੈ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਆਰਟ, ਪਰ ਆਰਟ ਨਹੀਂ, ਪਰ ਆਰਟ ਇਹ ਵੀ, ਆਰਟ ਤੇ ਕ੍ਰਾਫਟ ਦੋਨੋਂ ਹੀ ਕਢਾਈ ਦੀ ਕਲਾ ਨੂੰ ਦੇਣ ਹੈ। ਅੰਤ ਵਿੱਚ ਅਸੀਂ ਇਹੀ ਕਹਾਂਗੇ, ਕਢਾਈ ਅਤੇ ਇਹਨਾਂ ਕਢਾਈ ਤੇ ਕਲਾ, ਆਰਟ ਤੇ ਕ੍ਰਾਫਟ, ਇਹ ਦੋਨਾਂ ਬਿਨਾਂ ਕੁਛ ਵੀ ਨਹੀਂ ਹੋ ਸਕਦਾ। ਇਹ ਆਪਸ ਵਿੱਚ ਇਹਨਾਂ ਦਾ ਗੂੜਾ ਸੰਬੰਧ ਹੈ। ਸੋ ਉਸ ਤੋਂ ਬਾਅਦ ਜੇ ਮੈਂ ਹੁਣ ਗੱਲ ਕਰਾਂ ਤਾਂ ਫੁਲਕਾਰੀ ਦੀ। ਫੁਲਕਾਰੀਆਂ ਆਮ ਕਰਕੇ ਘਰਾਂ ਵਿੱਚ ਸੂਟ ਕੱਤਿਆ ਜਾਂਦਾ ਹੈ, ਸੂਟ ਕੱਤ ਕੇ ਖੱਡੀ ਤੇ ਬਣਾਇਆ ਜਾਂਦਾ ਹੈ, ਕੱਪੜਾ ਬਣਾਇਆ ਜਾਂਦਾ ਹੈ। ਕੱਪੜੇ ਤੋਂ ਬਾਅਦ ਇਸ ਨੂੰ ਔਰਤਾਂ ਘਰਾਂ ਵਿੱਚ ਹੀ ਰੰਗ ਲੈਂਦੀਆਂ ਸੀ। ਪਹਿਲ ਇਸ ਦਾ ਬਹੁਤ ਜ਼ਿਆਦਾ ਰਿਵਾਜ ਸੀ, ਕੱਤ ਲੈਂਦੀਆਂ, ਬਣਾ ਲੈਂਦੀਆਂ ਸੀ ਤੇ ਉਸ ਤੋਂ ਬਾਅਦ ਇਹਨੂੰ ਗਿਣ ਕੇ ਤੋਪੇ ਇਸ ਤੇ ਆਪਣੀ ਕਲਾ ਦੇ ਨਾਲ ਹੀ ਇਸ ਨੂੰ ਬਣਾ ਲੈਂਦੀਆਂ ਸੀ, ਪਾ ਲੈਂਦੀਆਂ ਸੀ। ਕਿਉਂਕਿ ਪਹਿਲ ਇੰਨੇ ਆਪੇ ਟਰੇਸ ਨਹੀਂ ਹੁੰਦੇ ਸਨ ਤੇ ਨਾ ਹੀ ਛਾਪੇ ਹੁੰਦੇ ਸਨ। ਹੁਣ ਉਹ ਆਪਣੀ ਕਲਾ ਦੇ ਨਾਲ ਹੀ ਇਹ ਡਿਜ਼ਾਈਨ ਬਣਾਉਂਦੀਆਂ ਸਨ। ਇਸ ਕਰਕੇ ਇਹ ਹੁਣ ਇਹ ਬਹੁਤ ਆਮ ਕਰਕੇ ਪ੍ਰਚਲਿਤ ਹੋ ਗਈ ਆ ਫੁਲਕਾਰੀ, ਅਤੇ ਇਹ ਵਿਆਹ ਸ਼ਾਦੀਆਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਂਦੀ ਹੈ। ਉਸ ਤੋਂ ਬਾਅਦ ਜੇ ਮੈਂ ਹੁਣ ਗੱਲ ਕਰਾਂ, ਕਿਉਂਕਿ ਆਰਟ ਕ੍ਰਾਫਟ ਹੋ ਗਿਆ, ਕਿਉਂਕਿ ਜਿਹੜਾ ਆਰਟ ਹੈ ਉਹ ਕ੍ਰਾਫਟ ਤੋਂ ਬਿਨਾਂ ਨਹੀਂ ਚੱਲ ਸਕਦਾ ਤੇ ਕ੍ਰਾਫਟ ਆਰਟ ਤੋਂ ਬਿਨਾਂ ਨਹੀਂ ਚੱਲ ਸਕਦਾ। ਕ੍ਰਾਫਟ ਇੱਕ ਹਾਵ ਭਾਵ ਹੈ, ਜਿਹੜੇ ਕਿ ਆਪਾਂ ਮਨ ਦੇ ਵਿੱਚੋਂ ਅੰਦਰੂਨੀ ਹਾਵ ਭਾਵ ਆਪਾਂ ਬਾਹਰ ਕੱਢ ਸਕਦੇ ਹਾਂ। ਉਹ ਸਾਡਾ ਕੀ ਹੋ ਗਿਆ? ਆਰਟ। ਉਹ ਆਰਟ ਹੋ ਗਿਆ। ਜਿਹੜਾ ਅਸੀਂ ਕ੍ਰਾਫਟ ਆ, ਹੁਣ ਜਿਵੇਂ ਅਸੀਂ ਸੂਟ ਬਣਾ ਲਿਆ, ਸੂਟ ਤੇ ਦੁਬਾਰਾ ਮਤਲਬ ਸੂਟ ਸੀ ਕੇ ਉਸ ਦੇ ਉੱਪਰ ਜਿਹੜਾ ਡਿਜ਼ਾਈਨ ਕਰਨਾ ਹੈ ਉਹ ਆਪਣੇ ਆਰਟ ਦੇ ਨਾਲ ਹੀ ਕਰਨਾ ਹੈ। ਜੇ ਅਸੀਂ ਘੜਾ ਬਣਾ ਲਿਆ ਤਾਂ ਉਹ ਵੀ ਉਸ ਦੇ ਉੱਪਰ ਅਸੀਂ ਆਪਣੇ ਆਰਟ ਦੇ ਨਾਲ ਹੀ ਕਰਨਾ ਹੈ। ਕੋਈ ਵੀ ਚੀਜ਼ ਤਿਆਰ ਕਰਕੇ ਜਿਹੜਾ ਅਸੀਂ ਉਸ ਦੇ ਉੱਪਰ ਆਰਟ ਕਰਦੇ ਹਾਂ ਉਹ ਇੱਕ ਆਰਟ ਹੀ ਹੈ। ਸੋ ਹੁਣ ਮੈਂ ਗੱਲ ਕਰਾਂ ਤਾਂ ਵੇਸਟ ਮਟੀਰੀਅਲ ਦੀ ਗੱਲ ਕਰਾਂ ਨਾਲ ਹੀ, ਕਿਉਂਕਿ ਮੈਂ ਜਦੋਂ ਸਾਡਾ ਸਿਲੇਬਸ ਖਤਮ ਹੋ ਜਾਂਦਾ ਹੈ ਤੇ ਮੈਂ ਬੱਚਿਆਂ ਨੂੰ ਨਾਲ ਰਿਵੀਜ਼ਨ ਵੀ ਕਰਵਾਈ ਦੀ ਹੈ
ਤੇ ਨਾਲ ਉਹਨਾਂ ਨੂੰ ਇਹ ਵੀ ਕਹਿ ਦਿੰਦੀ ਹਾਂ ਕਿ ਤੁਸੀਂ ਆਪਣਾ ਵੇਸਟ ਮਟੀਰੀਅਲ ਆਪਣੇ ਘਰਾਂ ਵਿੱਚੋਂ ਲੈ ਕੇ ਆਓ, ਤਾਂ ਕਿ ਮੈਂ ਤੁਹਾਨੂੰ ਹੋਰ ਵੀ ਗਾਂ ਅੱਗੇ ਤੁਹਾਡਾ ਦਿਮਾਗ ਵਧਾ ਸਕਾਂ। ਤੇ ਵੇਸਟ ਮਟੀਰੀਅਲ ਨੂੰ ਤੁਸੀਂ ਮਤਲਬ ਕੂੜੇਦਾਨ ਵਿੱਚ ਨਹੀਂ ਸਿੱਟਣਾ, ਤੇ ਉਹਨਾਂ ਨੂੰ ਲਿਆ ਕੇ ਉਹਨਾਂ ਤੇ ਮਟੀਰੀਅਲ ਲਗਾ ਕੇ ਉਹਨਾਂ ਨੂੰ ਸਜਾਵਟੀ ਢੰਗ ਨਾਲ ਕਰੋ। ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲੀ ਤਸਵੀਰ ਵਿੱਚ ਦਿਖ ਰਿਹਾ ਹੈ ਕਿ ਜਿਵੇਂ ਬੋਤਲ ਆ, ਬੋਤਲ ਨੂੰ ਕੱਟ ਕੇ ਅਸੀਂ ਇਸ ਦੇ ਵਿੱਚ ਗੁਲਦਸਤਾ ਵੀ ਬਣਾ ਸਕਦੇ ਹਾਂ ਅਤੇ ਇਸ ਨੂੰ ਹੋਰ ਵੀ ਸਜਾ ਸਕਦੇ, ਜਿਸ ਤਰ੍ਹਾਂ ਮਰਜ਼ੀ ਅਸੀਂ ਇਸ ਨੂੰ ਆਪਣੇ ਢੰਗ ਨਾਲ ਸਜਾ ਸਕਦੇ ਹਾਂ। ਉਸ ਤੋਂ ਬਾਅਦ ਇੱਕ ਹੋਰ ਸਿਨਰੀ ਬਣੀ ਹੋਈ ਹੈ, ਜਿਵੇਂ ਕਿ ਗੱਤੇ ਆਮ ਘਰਾਂ ਵਿੱਚ ਹੁੰਦੇ ਹਨ ਤੇ ਆਪਾਂ ਉਹਨਾਂ ਨੂੰ ਸਿੱਟ ਦਿੰਦੇ ਹਾਂ ਜਾਂ ਉਹਨਾਂ ਨੂੰ ਅੱਗ ਲਾ ਦਿੰਦੇ ਹਾਂ, ਪਰ ਸਿੱਟਣਾ ਨਹੀਂ ਚਾਹੀਦਾ, ਉਹਨਾਂ ਨੂੰ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ। ਸੋ ਇਸ ਕਰਕੇ ਇਹ ਇਸ ਤੇ ਡਿਸਪੋਜ਼ਲ ਗੱਤਾ ਗੋਲ ਕੱਟ ਕੇ ਇਸ ਤੇ ਕੱਪੜਾ ਲਗਾ ਕੇ ਪਾਸੇ ਪਾਸੇ ਇਸ ਤੇ ਲੈਸ ਵਗੈਰਾ ਲਗਾ ਕੇ ਤੇ ਡਿਸਪੋਜ਼ਲ ਚਮਚੇ ਵਗੈਰਾ ਲਗਾ ਕੇ ਆਦਿ ਬਣਾਏ ਜਾਂਦੇ ਹਨ। ਇਹ ਸਿਨਰੀ ਬਣ ਜਾਂਦੀ ਹੈ। ਇਸ ਤਰ੍ਹਾਂ ਤੁਹਾਡੇ ਸਾਹਮਣੇ ਸਿਨਰੀ ਹੈ ਇਹ। ਫਿਰ ਇੱਕ ਪੈਨ ਰੱਖਣ ਦੇ ਲਈ ਬਣਾਇਆ ਹੋਇਆ, ਮਤਲਬ ਕਿ ਤੇ ਉਹ ਇਸ ਤਰ੍ਹਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਆਪਾਂ ਤੁਸੀਂ ਵੇਖ ਹੀ ਰਹੇ ਤਸਵੀਰ ਦੇ ਵਿੱਚ, ਇਹ ਬੋਤਲਾਂ ਦਾ ਵੀ ਬਣ ਜਾਂਦਾ ਹੈ, ਕਾਗਜ਼ਾਂ ਦਾ ਵੀ ਬਣ ਜਾਂਦਾ ਹੈ ਤੇ ਅਖਬਾਰਾਂ ਦਾ ਵੀ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਇੱਕ ਕੜਵੀ ਹੈ ਜਿਵੇਂ, ਜਾਂ ਕੁੱਜੀ ਹੈ, ਜਾਂ ਮਤਲਬ ਕਿ ਜਿਵੇਂ ਆਪਾਂ ਵਰਤਾਂ ਵਿੱਚ ਰੱਖਦੇ ਹਾਂ ਕੁੱਜੀਆਂ, ਉਹਨਾਂ ਨੂੰ ਵੀ ਅਸੀਂ ਵਰਤੋਂ ਵਿੱਚ ਲਿਆ ਸਕਦੇ ਹਾਂ। ਸੋ ਜੇ ਮੈਂ ਗੱਲ ਕਰਾਂ ਤੇ ਹੁਣ ਮੈਂ ਵੇਸਟ ਮਟੀਰੀਅਲ ਦੀ ਗੱਲ ਕਰਾਂ ਕਿ ਮੈਂ ਤੁਹਾਨੂੰ ਇਹ ਤਸਵੀਰ ਦੇ ਵਿੱਚ ਦਿਖਾ ਰਹੀ ਹਾਂ ਕਿ ਤੁਸੀਂ ਇਹ ਅੰਦਾਜ਼ਾ ਨਹੀਂ ਲਗਾਓਗੇ ਕਿ ਇਹ ਕਿਸ ਚੀਜ਼ ਦਾ ਬਣਿਆ ਹੋਇਆ ਹੈ। ਇਹ ਇੱਕ ਪੱਖੇ ਦੇ ਉੱਪਰ ਜਿਹੜੀ ਮੋਟਰ ਹੁੰਦੀ ਹੈ ਉਹ ਇਹਦੇ ਵਿੱਚ ਆਈ ਹੈ, ਤੇ ਮੈਂ ਇਸ ਨੂੰ ਬੱਚਿਆਂ ਨੂੰ ਕਿਹਾ ਕਿ ਆਪਾਂ ਸਿੱਟਣਾ ਨੀਗਾ, ਇਸ ਨੂੰ ਵਰਤੋਂ ਦੇ ਵਿੱਚ ਲਿਆ ਕੇ ਇੱਕ ਬਹੁਤ ਵਧੀਆ ਚੀਜ਼ ਅਸੀਂ ਬਣਾਈ ਹੋਈ ਆ। ਇਹਦੇ ਵਿੱਚ ਸੀੜੀ ਲੱਗੀ ਹੋਈ ਆ, ਪਾਸੇ ਪਾਸੇ ਨੂੰ ਪੇਂਟ ਕਰਾ ਕੇ ਬੱਚਿਆਂ ਤੋਂ ਤੇ ਸਾਰੀ ਆਹ ਮੀਨਾਕਾਰੀ ਅਸੀਂ ਕੀਤੀ ਹੋਈ ਆ, ਤੇ ਇਹ ਆਮ ਕਰਕੇ ਅਸੀਂ ਘਰਾਂ ਦੇ ਵਿੱਚ ਇਸ ਨੂੰ ਵਰਤ ਸਕਦੇ ਹਾਂ। ਜੇ ਮੈਂ ਹੁਣ ਹੋਰ ਗੱਲ ਕਰਾਂ ਤਾਂ ਮੈਂ ਇੱਕ ਹੋਰ ਬਾਕਸ ਬੱਚਿਆਂ ਨੇ ਸਾਡਿਆਂ ਨੇ ਤਿਆਰ ਕੀਤਾ ਹੋਇਆ ਸੀਗਾ, ਜਿਵੇਂ ਇਸ ਤਰ੍ਹਾਂ ਦੇ ਕਰਕੇ ਮੈਂ ਚੀਜ਼ਾਂ ਤਿਆਰ ਕਰਵਾਉਂਦੀ ਹਾਂ ਬੱਚਿਆਂ ਤੋਂ ਵੀ, ਤਾਂ ਕਿ ਇਹਦੇ ਵਿੱਚ ਇਹ ਇਹਦਾ ਢੱਕਣ ਹੈ ਤੇ ਐਂ ਕਰਕੇ ਇਹਦੇ ਵਿੱਚ ਜੋ ਮਰਜ਼ੀ ਤੁਸੀਂ ਚੀਜ਼ ਕੀ ਆ ਰੱਖ ਸਕਦੇ ਹੋ। ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤਾਂ ਇੱਕ ਹੋਰ ਚੀਜ਼ ਹੈ, ਜਿਵੇਂ ਕਿ ਆਹ ਬਣੀ ਹੋਈ ਹੈ ਤੇ ਇਹ ਗੱਤਾ ਹੈ, ਗੱਤੇ ਦੇ ਉੱਪਰ ਸੇਬੇ ਲਗਾ ਕੇ ਤੇ ਉੱਪਰ ਡਿਸਪੋਜ਼ਲ ਕੌਲੀ ਲਗਾ ਕੇ ਫਿਰ ਅਸੀਂ ਇਸ ਨੂੰ ਇਸ ਤਰ੍ਹਾਂ ਕਰਕੇ ਡੈਕੋਰੇਸ਼ਨ ਕੀਤਾ ਹੋਇਆ। ਇਹਦੇ ਵਿੱਚ ਪੈਨ ਵਗੈਰਾ ਜੋ ਮਰਜ਼ੀ ਚੀਜ਼ ਅਸੀਂ ਰੱਖ ਸਕਦੇ ਹਾਂ। ਉਸ ਤੋਂ ਬਾਅਦ ਅਸੀਂ ਆਹ ਇੱਕ ਸੀੜੀ ਲੱਗੀ ਹੋਈ ਹੈ ਉੱਪਰ ਕੰਪਿਊਟਰ ਵਾਲੀ, ਤੇ ਡਿਸਪੋਜ਼ਲ ਗਲਾਸ ਹੈ, ਤੇ ਇਹ ਇੱਕ ਮਤਲਬ ਕਿ ਜਿਵੇਂ ਪੈਨ ਵਗੈਰਾ ਅਸੀਂ ਇਹਦੇ ਉੱਪਰ ਲਗਾ ਸਕਦੇ ਹਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਬੱਚਿਆਂ ਤੋਂ ਬਹੁਤ ਤਿਆਰ ਕਰਵਾਈਆਂ ਹੋਈਆਂ ਹਨ ਜਦੋਂ ਸਾਡਾ ਸਿਲੇਬਸ ਖਤਮ ਹੋ ਜਾਂਦਾ ਹੈ। ਉਸ ਤੋਂ ਬਾਅਦ ਆਹ ਸੀੜੀਆਂ ਜਿਵੇਂ ਸਾਡੇ ਕੰਪਿਊਟਰ ਹੁੰਦੇ ਆ ITIਆਂ ਦੇ ਵਿੱਚ, ਤੇ ਉਹ ਸਿੱਟ ਦਿੰਦੇ ਆ, ਤੇ ਮੈਂ ਸਿੱਟਣ ਨਹੀਂ ਕਦੇ ਦਿੱਤੀਆਂ, ਮੈਂ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਵਰਤੋਂ ਦੇ ਵਿੱਚ ਲਿਆਉਣੀ ਆ। ਠੀਕ ਹੈ ਨਾ। ਉਸ ਤੋਂ ਬਾਅਦ ਮੈਂ ਗੱਲ ਕਰਾਂ ਤਾਂ ਆਹ ਤੁਸੀਂ ਅੰਦਾਜ਼ਾ ਲਗਾਓ ਕਿ ਕਾਹਦੀ ਬੋਤਲ ਹੈਗੀ ਆ। ਇਹ ਇਸ ਤਰ੍ਹਾਂ ਕਰਕੇ ਅਸੀਂ ਇਸ ਨੂੰ ਪੈਪਸੀ ਵਾਲੀਆਂ ਛੋਟੀਆਂ ਬੋਤਲਾਂ ਹੁੰਦੀਆਂ, ਇਸ ਕਰਕੇ ਅਸੀਂ ਉਹਨਾਂ ਨੂੰ ਡੈਕੋਰੇਸ਼ਨ ਕਰਕੇ ਵਰਤੋਂ ਵਿੱਚ ਲਿਆਂਦਾ ਹੋਇਆ ਹੈ। ਸੋ ਆਮ ਕਰਕੇ ਲੇਡੀਜ਼ ਵਰਤ ਰੱਖਦੀਆਂ, ਕਰੂਏ ਦੇ ਵਰਤ ਰੱਖਦੀਆਂ। ਜਦੋਂ ਕਰੂਏ ਦਾ ਵਰਤ ਰੱਖਿਆ ਜਾਂਦਾ ਤੇ ਉਹ ਜਿਹੜੀਆਂ ਕੁੱਜੀਆਂ ਹੁੰਦੀਆਂ ਉਹਨਾਂ ਨੂੰ ਸੁੱਟ ਦਿੰਦੀਆਂ, ਪਰ ਅਸੀਂ ਉਹਨਾਂ ਨੂੰ ਕਦੇ ਸਿੱਟਿਆ ਨਹੀਂ। ਆਹ ਦੇਖੋ, ਠੀਕ ਹੈ ਨਾ, ਆਹ ਦੇਖੋ, ਇਸ ਤਰ੍ਹਾਂ ਕਰਕੇ ਇਹ ਬਣੇ ਹੋਏ ਹਨ। ਸੋ ਮੈਂ ਗੱਲ ਕਰਾਂ ਤਾਂ ਸਾਡੇ ਡਾਕਟਰ ਅੰਬੇਦਕਰ ਜੀ ਨੇ ਇਹ ਗੱਲ ਕਹੀ ਸੀ, ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ, ਕਲਾ, ਕਰਾਫਟ ਅਤੇ ਸਟੱਡੀ, ਤੁਹਾਡੀ ਸਿੱਖਿਆ, ਇਹ ਇੱਕ ਇਹੋ ਜਿਹਾ ਦੁੱਧ ਹੈ ਕਿ ਜੇ ਤੁਸੀਂ ਇਹਨੂੰ ਪੀਓਗੇ, ਚੰਗੀ ਤਰ੍ਹਾਂ ਪੀਓਗੇ, ਢੰਗ ਨਾਲ ਪੀਓਗੇ, ਤਾਂ ਤੁਸੀਂ ਆਪਣੇ ਆਰਟ ਵਿੱਚ ਤੇ ਆਪਣੇ ਕਰਾਫਟ ਵਿੱਚ ਤੇ ਆਪਣੀ ਸਟੱਡੀ ਵਿੱਚ ਅੱਗੇ ਆਓਗੇ ਤੇ ਬੜਕਾ ਮਾਰੋਗੇ। ਸੋ ਇਸ ਕਰਕੇ ਮੇਰਾ ਇਹ ਅੱਜ ਦਾ ਲੈਕਚਰ ਸੀ। ਜੋ ਕਿਸੇ ਨੂੰ ਕੋਈ ਹੈ ਤਾਂ ਸਾਰੇ ਕੋਈ ਮੈਨੂੰ ਕੋਈ ਕੁਐਸਚਨ ਪੁੱਟ ਕਰ ਸਕਦੇ ਆ। ਠੀਕ ਹੈ। हाँ जी गायत्री जी, आप क्या पूछना चाहते हैं? पूछिए मैम से। जी गायत्री जी। Hello, good afternoon, ma'am. हाँ जी, गुड आफ्टरनून। Good afternoon, ma'am. Ma'am, thank you so much for today's lecture. हाँ जी मैम। मैम एक्चुअली आज हमारा टेस्ट हुआ था ट्रेड यूज से रिलेटेड, उसमें एक क्वेश्चन आया था कि जो आर्ट ऑफ एम्ब्रॉयडरी है वो कौन सी कंट्री में ओरिजिनली स्टार्ट हुआ है। आप प्लीज बता सकते हैं इसका आंसर क्या होगा? चुप कर जा।
हाँ जी बोलिए, कोई और क्वेश्चन किसी का कोई? हेलो हाँ जी, थोड़ी आवाज नहीं आ रही थी। हेलो हाँ जी गायत्री जी। जी मैम। मैम जी मंजिल हेलो आंसर। जी हाँ जी जी, बोलिए हाँ जी। बोलिए जी। हाँ जी बोलो मैम। हेलो, गुड आफ्टरनून मैम। मैम मेरा क्वेश्चन ये था कि एक्चुअली बुक में हमने यही पढ़ा है कि जो हमारा आर्ट ऑफ एम्ब्रॉयडरी है वो ओरिजिनली जो है वो चाइना से ओरिजिनेट हुआ है, लेकिन क्वेश्चन पेपर में आज जब हमने वो आंसर सेलेक्ट किया तो वो रॉन्ग शो हो रहा है। तो मैम उसमें अफ्रीका नहीं था मेंशन? अफ्रीका जी? अफ्रीका मैम उसमें नहीं था। ओके वैसे ये मोस्टली जो नोटिस में जैसे देखने में आ रहा है ये अफ्रीका में आ रहा है कि ये 70,000 ईयर अगो मतलब पहले मैम ये। जी जी 300 बीसी में जो है वो चाइना में ही शो हो रहा है, गूगल में भी चाइना ही शो हो रहा है। ओके। हाँ, नहीं ठीक है, तो हमारे आपने पास बहुत अच्छा। ऑप्शन इंडिया, हाँ इंग्लैंड, जर्मन, चाइना शो हुआ था। उसमें चाइना हमने बुक में भी पढ़ा है, गूगल में भी वही है। जब उसको सेलेक्ट किया है तो वो मेरा मतलब रॉन्ग हुआ है आंसर, तो मुझे था कि एक बार आपसे कंफर्म कर लूं कि इसका क्या ही आंसर होगा, जी जी जी। क्योंकि ये तो बेसिक है हमारा। हमें पता होना चाहिए कि हमारा ट्रेड एक्चुअली कहाँ से स्टार्ट हुआ है, कहाँ से हुआ कौन जी? सी ये कंट्री तो अब से। एसओटी के जो टीचर्स हैं जिनका लेक्चर चल रहा है, नहीं कोई बात नहीं, बहुत इंपॉर्टेंट क्वेश्चन आपने पूछा। क्योंकि ये सारे जो चैनल्स हम अब ये स्टार्ट किए जा रहे हैं इंटरेक्शन चैनल ही है, जिसमें जो आपके मन में जो क्वेश्चंस आ रहे हैं जहाँ एक प्रेजेंट जा रहा है तो उन चीजों को हम शेयर कर सकें। बिल्कुल गायत्री जी, आपकी इस चीज को हम भी नोट करके रखते हैं। जैसे भी इसका एक एग्जैक्ट हमें आंसर मिलता है तो आपके साथ जरूर शेयर किया जाएगा। तो हमारे साथ वैसे इस कंफर्म डिपार्टमेंट की करके और भी शेयर करिएगा। मैम। जी जी ओके श्योर मैम, श्योर मैम। ओके, आप चाहे इस पे अपना थैंक यू नंबर मैम। छोड़ सकते हैं सेम इस पे। ओके ओके। तो जी हमारे साथ और भी सेम ट्रेड के टीचर्स हैं। तो अगर काइंडली मैम अगर कोई भी किस चीज का कुछ रेलेवेंट कोई भी आंसर कुछ बात करना चाहे तो प्लीज शेयर कर सकते हैं जी। मनजिंदर मैम। हेलो। जी जी मैम जी। सत श्री अकाल मैम। सत श्री अकाल जी। हाँ जी, हाँ जी, सत श्री अकाल नक्षत्र कौर मैम जी। हाँ जी मैडम जी, सत श्री अकाल। हाँ जी मैडम, मैं ਤੁਹਾਡਾ ਲੈਕਚਰ ਸਾਰਾ ਸੁਣਿਆ हाँ जी ਔਰ जी, ਮੈਨੂੰ ਬਹੁਤ ਵਧੀਆ ਲੱਗਾ ਹੈ ਕਿ ਸਾਡੇ ਪੰਜਾਬ ਦੇ ਵਿਰਸੇ ਚੋਂ ਜਿਹੜੀਆਂ ਚੀਜ਼ਾਂ ਅਲੋਪ ਹੋ ਰਹੀਆਂ ਹੈ ਉਹ ਬੱਚਿਆਂ ठीक ਨੂੰ है जी। ਤੁਸੀਂ ਬਹੁਤ ਹੀ ਬਾਖੂਬੀ ਉਹਨਾਂ ਦੇ ਬਾਰੇ ਚ ਜਾਣਕਾਰੀ ਦਿੱਤੀ। ਔਰ ਮੇਰੇ हाँ जी ਹਿਸਾਬ मैडम ਨਾਲ ਇਹ ਬਹੁਤ ਹੀ ਇੰਪੋਰਟੈਂਟ ਲੈਕਚਰ ਸੀ ਜਿਹੜਾ ਕਿ ਕਾਫੀ ਬੱਚਿਆਂ ਨੇ ਮਿਸ ਕਰ ਦਿੱਤਾ। ਮੇ ਬੀ ਨੈਟ ਦੀ ਪ੍ਰੋਬਲਮ ਹੋਏਗੀ, ਅੱਜ ਟੈਸਟ ਵੀ ਸੀ ਬੱਚਿਆਂ ਦਾ। हाँ जी, ਔਰ ਇੱਕ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਜਿਹੜਾ ਸਾਡੇ ਡਿਪਾਰਟਮੈਂਟ ਦਾ ਕੋਰਸ ਚੱਲ ਰਿਹਾ ਹੈ ਉਹਨਾਂ ਵਾਸਤੇ ਵੀ ਬਹੁਤ ਹੀ ਹੈਲਪਫੁਲ ਲੈਕਚਰ ਸੀ ਕਿ ਜੇ हाँ ਉਹ जी ਬੱਚੇ मैडम, ਅਟੈਂਡ ਕਰਦੇ ਤੇ ਉਹਨਾਂ ਨੂੰ ਬੜਾ ਵਧੀਆ ਲੱਗਦਾ। हाँ जी, ਬਾਕੀ हाँ जी, ਮੈਡਮ ਤੁਸੀਂ ਬਹੁਤ ਵਧੀਆ ਬੱਚਿਆਂ ਨੂੰ ਸਮਝਾ ਰਹੇ ਹੋ ਔਰ ਵੇਸਟ ਮਟੀਰੀਅਲ ਨੂੰ ਯੂਜ਼ ਕਰਨ ਦੇ ਸਾਰੇ ਮੈਥਡ ਦੱਸ ਰਹੇ ਹੋ। ਔਰ हाँ जी, ਮੈਨੂੰ ਉਮੀਦ ਹੈ ਕਿ ਸਾਡੇ ਬੱਚੇ ਇਹਦਾ ਜ਼ਰੂਰ ਫਾਇਦਾ ਲੈਣਗੇ ਔਰ ठीक है जी। ਤੁਸੀਂ ਮੈਡਮ ਇਸ ਤੋਂ ਵੀ ਵਧੀਆ ਲੈਕਚਰ ਲੈ ਕੇ ਆਇਓ ਤੇ ਮੈਂ हाँ जी, ਜ਼ਰੂਰ ਅਟੈਂਡ ਕਰਾਂਗੀ। ਔਰ ਮੈਨੂੰ ਉਮੀਦ ਹੈ ਕਿ ਜੋ ਬੱਚਿਆਂ ਨੇ ਕੁਐਸਚਨ ਪੁੱਟ ਕੀਤਾ ਹੈ ਮੈਂ हाँ ਵੀ जी, ਕੋਸ਼ਿਸ਼ ਕਰਾਂਗੀ ਉਹਦਾ ਰਾਈਟ ਆਨਸਰ ਲੱਭਦਾ ਹੈ ਤੇ ਆਪਾਂ ਜ਼ਰੂਰ ਬੱਚਿਆਂ ਨਾਲ ਡਿਸਕਸ ਕਰਾਂਗੇ। ਸ਼ਾਇਦ ठीक है ਮੇ ਵੀ ਮੈਂ ਹੁਣੇ ਵਿਦਿਨ 5 ਮਿੰਟ ਵਿੱਚ ਹੀ ਰਾਈਟ ਆਪਸ਼ਨ ਲੱਭ ਕੇ ਤੇ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਹਾਂ। हाँ गायत्री जी, जी ठीक आपने है। इंडिया बताया, शुक्रिया मैडम इंडिया ਤੁਹਾਡਾ बहुत इंग्लैंड बहुत। थैंक यू मैम, थैंक यू। चाइना जी। हाँ जी, और कोई हमारे स्टूडेंट जो मैम से इंटरेक्ट करना चाहते हैं काइंडली पूछिए। आज हमारे पास बहुत अच्छा टाइम है आर्ट एंड क्राफ्ट के बारे में बात करने के लिए। हाँ जी मैडम, मेरा ਲੈਕਚਰ ਬਹੁਤ ਲੰਬਾ ਸੀਗਾ ਪਰ ਆਪਣੇ जी जी ਕੋਲ ਟਾਈਮ ਦੀ ਬਹੁਤ ਸ਼ਾਰਟ ਜੀ ਹੁੰਦੀ ਹੈ, ਇਸ ਕਰਕੇ ਮੈਂ ਥੋੜਾ ਜਿਹਾ ਸ਼ਾਰਟ ਕੀਤਾ। ਮੈਂ
ਬਹੁਤ ਜ਼ਿਆਦਾ ਮਤਲਬ ਕਿ ਲੈਕਚਰ ਦੇਣਾ ਸੀ ਬੱਚਿਆਂ ਨੂੰ ਇਸ ਵਿੱਚ ਆਰਟ ਐਂਡ ਕਰਾਫਟ ਦੇ ਵਿੱਚ, ਕਿਉਂਕਿ ਜੇਕਰ ਸਾਨੂੰ ਆਰਟ, ਸਾਡੇ ਕੋਲ ਕਲਾ ਹੈ ਤਾਂ ਫਿਰ ਹੀ ਅਸੀਂ ਆਪਣੇ ਕਰਾਫਟ ਨੂੰ ਵਧਾ ਸਕਾਂਗੇ। ਠੀਕ ਹੈ ਜੀ, ਜੇ ਸਾਡੇ ਕੋਲ ਕਰਾਫਟ ਹੈ ਫਿਰ ਅਸੀਂ ਕਲਾ ਨੂੰ, ਆਪਣੇ ਆਰਟ ਨੂੰ ਵਧਾ ਸਕਾਂਗੇ। ਠੀਕ ਹੈ ਜੀ, ਇਹ ਦੋਨਾਂ ਦੇ ਵਿੱਚ ਇਨਸਾਨ ਭੁੱਖਾ ਨਹੀਂ ਮਰਦਾ। ਠੀਕ ਹੈ ਜੀ। ਜੀ ਜੀ ਹਾਂਜੀ ਹਾਂਜੀ मैडम, ਹੋਰ ਕੋਈ ਕਿਸੇ ਬੱਚੇ ਦਾ ਕੋਈ सवाल? शिल्पी मैम आप कुछ डिस्कस करिए जी, कोई बात। शिल्पी मैम हेलो, हाँ जी शिल्पी मैडम बोलिए। शिल्पी मैडम शिल्पी मैम बोलिए। मैम आपके स्टूडेंट आए होंगे जी, आप उनके साथ इंटरेक्ट कर सकते हैं मैम। हाँ जी बच्चे बोलो, सारे बैठे हैं स्टूडेंट मेरे। हाँ जी बोलो बेटे। हाँ गगन, मनप्रीत, हाँ जी बोलो बेटे सारे, दसो। मैम एम्ब्रॉयडरी स्टार्टिंग किथे हुई सी? हेलो मैडम, आवाज नहीं आ रही किसी की भी। हाँ जी गगन बोलो बेटे। हाँ मनदीप बोलो। बोल पा बोलो बेटा। बेटे। हाँ बोलो बोलो कोई और। मैम एम्ब्रॉयडरी स्टार्ट ठीक है जी, ਅਸੀਂ ਹੋਰ ਇਸ ਦੀ ਸਜਾਵਟ ਵੀ ਕਰ ਸਕਦੇ ਹਾਂ, ਕੋਈ ਡੈਲੀਕੇਟ ਮਟੀਰੀਅਲ ਲਗਾ ਕੇ ਇਸ ਤਰ੍ਹਾਂ ਕਰਕੇ ਅਸੀਂ ਇਹਨੂੰ ਬਣਾ ਸਕਦੇ ਹੈਗੇ। ਐਮਬਰਾਇਡਰੀ ਤਾਂ ਜਿੱਥੇ ਮਰਜ਼ੀ ਬੈਠ ਕੇ ਕਰ ਲਓ। ਠੀਕ ਹੈ ਜੀ। हाँ जी मनदीप बोलो बेटे। गगन गगन आवाज नहीं आ रही मैडम इन्हों की। जी अब हाँ जी मनदीप बेटा पूछो आप। हाँ पूछो बेटे। हाँ किस तरह का लग्या तुहानू ये मनदीप गगन? दो तो काले है ते दो ही नीले जे, दो तो काले जे ते एक ते डैडी को, एक छोटा होगा ना, ये तो बच्चों का है। मैम बहुत ਵਧੀਆ ਲੱਗਿਆ ਜੀ ਤੁਹਾਡਾ ਲੈਕਚਰ ਅੱਜ, ਬਹੁਤ ਕੁਝ ਮਤਲਬ ਨਵਾਂ ਹੋਰ ਵੀ ਸਿੱਖਣ ਨੂੰ ਮਿਲਿਆ ਜੀ ਅੱਜ। मैम बहुत बढ़िया लगे जी, बहुत बढ़िया इंटरेस्टिंग। ये आपा बनाना है। ठीक है, आपा आगे लेके जाना क्राफ्ट नु। ठीक है हाँ हाँ जी कोई नहीं। हाँ कढ़ाई नु भी अगे लेके जाना, क्राफ्ट नु भी अगे लेके जाना, सारिया चीजा आप अगे करनिया है। ठीक है और बोलो बेटे। हेलो मैडम तो फोन देने लगी, मैडम विश्वास हाथ खड़ा कर दे, मैं तो पता लग गया मैं अड़ती हुई सी। तुम्हें कुछ नहीं पागल है।
हेलो हाँ जी हेलो हाँ जी जसवीर मैडम हाँ जी सत श्री अकाल जी सत श्री अकाल हाँ जी जसवीर मैडम बोलो जी जसवीर मैडम मैम नक्षत्र जी तुसीं बहुत वधिया लैक्चर दिता और ਜਿਹੜੇ ਆਰਟੀਕਲ ਆਏ ਬਹੁਤ ਵਧੀਆ ਸਟੈਪ ਬਾय ਸਟੈਪ ਬਹੁਤ ਅੱਛਾ ਦਿਖਾਇਆ ਪਰ ਮੈਂ ਇੱਥੇ ਥੋੜਾ ਜਿਹਾ ਇਹ ਕਹਿਣਾ ਚਾਹਾਂਗੀ ਬੱਚਿਆਂ ਦੀ ਇਹ ਕਿਊਰੀ ਸੀਗੀ ਵਿੱਚ ਠੀਕ ਹੈ ਜੀ ਉਹ ਕਲੀਅਰ ਕਰਨਾ ਚਾਹਾਂਗੀ ਮੈਮ ਮਨਜਿੰਦਰ ਜੀ ਵੀ ਆਏ ਬਟ ਬੱਚਿਆਂ ਨੂੰ ਉਹਨਾਂ ਨੇ ਕਲੀਅਰ ਨਹੀਂ ਕੀਤਾ ਆਨਸਰ ਰਾਈਟ नहीं आऊंगा हाँ जी हेलो आवाज नहीं आ रही जी बच्चे बोली बहुत जा रहे हैं ना बच्चे बच्चे बोली बहुत जा रहे हैं आवाज नहीं आ रही हाँ जी ਹੈਲੋ ਹੁਣੇ ਤੁਸੀਂ ਹੈਲੋ ਕੁਐਸਚਨ ਆਇਆ ਹਿੰਦੀ ਲੈਂਗੁਏਜ ਵਿੱਚ ਕਿ ਜਿਹੜੀ ਐਮਬਰਾਇਡਰੀ ਹੈ ਐਮਬਰਾਇਡਰੀ ਦਾ ਆਰਟ ਕਢਾਈ ਕਲਾ ਇਹ ਚਾਈਨਾ ਤੋਂ ਹੀ ਸ਼ੁਰੂ ਹੋਈ ਸੀ ਇਹਦਾ ਜਿਹੜੇ ਪੂਰਵਜ ਆਪਾਂ ਪਿਛੋਕੜ ਬੋਲਦੇ ਆ ਠੀਕ ਹੈ ਜੀ 30000 BC ਇਹ ਬਿਲਕੁਲ ਬੱਚੇ ਦਾ ਕੁਐਸਚਨ ਸੀ ਮੈਮ ਮਨਜਿੰਦਰ ਜੀ ਨੇ ਵੀ ਇਹ ਕਲੀਅਰ ਨਹੀਂ ਕੀਤਾ ਇਸ ਕਰਕੇ ਮੈਂ ਵਿੱਚ ਆ ਗਈ ਔਰ ਮੈਂ ਕਲੀਅਰ ਕਰ ਰਹੀ ਹਾਂ ਠੀਕ ਹੈ ਜੀ ਔਰ ਜਿਹੜੇ ਮੈਡਮ ਨੇ ਆਰਟੀਕਲ ਦਿਖਾਏ ਸਾਨੂੰ ਸਾਰੇ ਬਹੁਤ ਵਧੀਆ ਦਿਖਾਏ ਮੈਂ ਇੱਥੇ ਥੋੜਾ ਜਿਹਾ ਕਲੀਅਰ ਕਰਨਾ ਚਾਹਨੀ ਕਿ ਸਾਡੇ ਕੋਲ ਬਹੁਤ ਟਾਈਮ ਹੈ ਲੈਕਚਰ ਦੇ ਔਰ ਪਲੀਜ਼ ਇਹਨੂੰ ਧਿਆਨ ਨਾਲ ਸੁਣੋ ਕਿ ਜੇ ਸਾਡੇ ਕੋਲ ਆਰਟ ਹੈ ਤਾਂ ਸਭ ਕੁਝ ਹੈ ਪਰ ਸਮ ਟਾਈਮ ਕੀ ਹੁੰਦਾ ਕਿ ਬੱਚੇ ਉਸ ਆਰਟ ਨੂੰ ਪਰਫਾਰਮੈਂਸ ਰੂਪ ਨਹੀਂ ਦਿੰਦੇ ਜਿਵੇਂ ਹੁਣ ਮੈਮ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਚੀਜ਼ਾਂ ਦਿਖਾਈਆਂ ਸਟੈਪ ਬਾਈ ਸਟੈਪ ਦਿਖਾਈਆਂ ਠੀਕ ਹੈ ਜੀ ਇੱਕ ਇੱਕ ਕਰਕੇ ਦਿਖਾਇਆ ਔਰ ਸਮਝਾਇਆ ਬੜਾਇਆ ਕਿਸ ਤਰ੍ਹਾਂ ਹੁਣ ਉਹਨਾਂ ਨੇ ਕਿੰਨਾ ਮਿਹਨਤ ਕੀਤੀ ਹੋਈ ਹੈ ਤੇ ਸਾਡੇ ਕੋਲ ਆਰਟ ਹੈ ਪਰ ਉਹਨੂੰ ਅਸੀਂ ਉਹਦਾ ਫਾਰਮ ਰੂਪ ਦੇ ਵਿੱਚ ਨਹੀਂ ਲੈ ਕੇ ਆਉਂਦੇ ਤਾਂ ਉਹ ਸਾਡੀ ਆਰਟ ਦਾ ਵੀ ਕੋਈ ਫਾਇਦਾ ਨਹੀਂ ਹੈ ਜੇ ਸਾਡੇ ਕੋਲ ਕਲਾ ਹੈ ਜਿਵੇਂ ਇੱਕ ਮੂਰਤੀਕਾਰ ਇੱਕ ਮੂਰਤੀ ਤਿਆਰ ਕਰਦਾ ਹੈ ਹਨਾ ਉਹ ਚਾਹੇ ਸਾਨੂੰ ਕਹੀ ਜਾਏ ਕਿ ਸਾਨੂੰ ਬਹੁਤ ਵਧੀਆ ਮੂਰਤੀ ਆਉਂਦੀ ਹੈ ਠੀਕ ਹੈ ਪਰ ਜਦ ਤੱਕ ਉਹ ਬਣਾ ਕੇ ਨਹੀਂ ਦਿਖਾਉਂਦਾ ਤਾਂ ਫਿਰ ਅਸੀਂ ਸਮਝ ਹੀ ਨਹੀਂ ਸਕਦੇ ਕਲਾਸ ਵਿੱਚ ਜਿਵੇਂ ਬੱਚੇ ਨੇ ਸਾਡੇ ਕੋਲੋਂ ਸਾਨੂੰ ਕਹਿੰਦੇ ਨੇ ਜੀ ਸਾਡੇ ਕੋਲ ਇਹ ਆਰਟ ਹੈ ਕਲਾ ਹੈ ਇਹ ਚੀਜ਼ ਨੂੰ ਅਸੀਂ ਬੜੇ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਠੀਕ ਹੈ ਤਾਂ ਕਰਕੇ ਸਾਨੂੰ ਚਾਹੀਦਾ ਹੈ ਕਿ ਬੱਚਿਆਂ ਨੂੰ ਵੀ ਪਰਫਾਰਮੈਂਸ ਦਾ ਬਹੁਤ ਵਧੀਆ ਮੌਕਾ ਮਿਲੇ ਔਰ ਇਹ ਮੈਂ ਕਲੀਅਰ ਕਰਾਂਗੀ ਆਨਸਰ ਕਿ ਇਹ ਚਾਈਨਾ ਤੋਂ ਹੀ ਸ਼ੁਰੂ ਹੋਇਆ ਠੀਕ ਹੈ ਜੀ ਔਰ ਬਾਅਦ ਦੇ ਵਿੱਚ ਹਲਕਾ ਹਲਕਾ ਤੁਸੀਂ ਸਟਾਰਟਿੰਗ ਦੇ ਵਿੱਚ ਦੇਖੋ ਸਾਡੇ ਕੋਲ ਧਾਗੇ ਵੀ ਨਹੀਂ ਹੁੰਦੇ ਸੀਗੇ ਉਹ ਜਿਹੜੀਆਂ ਸਿਲਕੀ ਰੀਲਾਂ ਵੀ ਨਹੀਂ ਹੁੰਦੀਆਂ ਸੀ ਸਭ ਤੋਂ ਪਹਿਲਾਂ ਸੋਨੇ ਚਾਂਦੀ ਦੀਆਂ ਤਾਰਾਂ ਔਰ ਸੂਈਆਂ ਵੀ ਨਹੀਂ ਹੁੰਦੀਆਂ ਸੀ ਇਹ ਵੀ ਇੱਕ ਹੈਲੋ ਸੌਰੀ ਮੈਮ ਮੈਂ ਅੰਮ੍ਰਿਤਵੀਰ ਕੌਰ ITI ਮੋਹਾਲੀ ਤੋਂ ਬੋਲ ਰਹੀ ਹਾਂ ਯੂ ਆਰ ਰਾਈਟ ਇਹ 300 BC ਦੇ ਆਸ-ਪਾਸ ਚਾਈਨਾ ਦੇ ਵਿੱਚ ਇਸ ਦੀ ਖੋਜ ਹੋਈ ਸੀ ਲੇਕਿਨ ਜਿਹੜਾ ਮੇਨ ਡਿਵੈਲਪ ਹੋਇਆ ਉਹ ਬਾਅਦ ਚ ਜਾ ਕੇ ਲੰਡਨ ਨੇ ਚੱਕਿਆ ਇਸ ਲਈ ਬੱਚੇ ਨੇ ਜਿਹੜਾ ਕੁਐਸਚਨ ਪੁੱਛਿਆ ਉਹ ਲੰਡਨ ਉੱਥੇ ਉਹਨੂੰ ਲੰਡਨ ਟਿਕ ਕਰਨਾ ਚਾਹੀਦਾ ਸੀ ਵਿਕੀਪੀਡੀਆ ਗੂਗਲ ਦੇ ਵਿੱਚ ਬੜੇ ਓਪਨਲੀ ਲਿਖਿਆ ਆ ਰਿਹਾ ਹੈ ਵੀ ਲੰਡਨ ਹੈ ਠੀਕ ਹੈ ਇਹ ਬੜਾ ਇੰਟਰਸਟਿੰਗ ਕੁਐਸਚਨ ਸੀ ਬੜਾ ਮਜ਼ਾ ਆਇਆ ਬੱਚੇ ਨੇ ਜਿਹੜਾ ਕੁਐਸਚਨ ਪੁੱਛਿਆ ਹਾਂਜੀ ਔਰ ਦੂਜੀ ਗੱਲ ਮੈਮ ਸੌਰੀ ਮੈਂ ਤੁਹਾਡੀ ਗੱਲ ਕੱਟੀ ਲੇਕਿਨ ਇਹ ਛੋਟੀ ਜੀ ਮੈਂ ਇਨਫੋਰਮੇਸ਼ਨ ਬੱਚਿਆਂ ਤੱਕ ਦੇਣਾ ਚਾਹੁੰਦੀ ਸੀਗੀ ਇਸ ਲਈ ਮੈਂ ਐਡ ਹੋਈ ਹਾਂ ਇਸ ਦੇ ਵਿੱਚ ਅਦਰਵਾਈਜ਼ ਸੌਰੀ ਫॉर ਮੈਂ ਲੈਕਚਰ ਵਿੱਚ ਤੁਹਾਡਾ ਮਿਸ ਕੀਤਾ ਲੇਕਿਨ ਮੈਨੂੰ ਲੈਸਨ ਔਰ ਲੈਕਚਰ ਇੰਨਾ ਇੰਟਰਸਟਿੰਗ ਲੱਗਿਆ ਬਹੁਤ ਮਜ਼ਾ ਆ ਰਿਹਾ ਸੁਣ ਕੇ ਵੀ ਔਰ डिस्कशन ਚ भी थैंक यू सॉरी फॉर डिस्टर्बिंग ठीक है थैंक यू मैम अमृता मैम थैंक यू जी जी थैंक यू डियर थैंक यू थैंक यू मैम हाँ नहीं बहुत अच्छा सेशन चल रहा है जी बिल्कुल बिल्कुल देखो कोई क्वेरीज होती है इंटरेक्शन इसलिए डिपार्टमेंट वालों स्टार्ट किया गया क्योंकि नॉलेजेबल है 1-to-1 ਜਿਹੜੀ ਆ ਆਪਾਂ ਇੰਟਰੈਕਟ ਕਰਾਂਗੇ ਕੁਐਸਚਨ ਅਰਾਈਜ਼ ਹੋਣਗੇ ਉਹਨਾਂ ਦਾ ਸੌਰਟ ਆਊਟ ਸੋਲੂਸ਼ਨ ਮਿਲੇਗਾ ਮੀਨਸ ਆਪਣੀ ਨੌਲੇਜ ਜਿਹੜੀ ਹੈ ਇਨਕਰੀਜ਼ ਹੋਏਗੀ ਡਬਲ ਹੋਏਗੀ ਆਈ ਸਾਡਾ ਬੈਨੀਫਿਟ ਹੈ ਜੀ ਮੈਮ ਆਪਣੇ ਨਛੱਤਰ ਮੈਮ ਜੀ ਕਾਈਂਡਲੀ ਤੁਸੀਂ ਇਹਨੂੰ ਬਾਈਂਡ ਅਪ ਕਰੋ ਇੱਕ ਵਾਰੀ ਥੋੜਾ ਜਿਹਾ ਰਿਵਿਊ ਕਰਵਾ ਦਿਓ ਸੇਮ ਇਸੇ ਗੱਲ ਦਾ ਜੀ ਮੈਮ आई थिंक मैनू लग रहा है कि शायद मैम नेट का कोई इशू आ गया जी मैं इत्थे सारिਆਂ ਦਾ थैंक्स करदे होई सैशन ਨੂੰ एंड कर रही हां जी नक्षत्र मैम सुन पा रहे हो नहीं जी हेलो जी जी हेलो मैम थैंक यू सो मच फॉर द आंसर बट मेरी एक क्वेरी और है कि जो हमारा क्वेश्चन था पूछिए
हाँ जी मैम, क्वेश्चन जी, में हमें पूछिए। ये नहीं पूछा है कि वो डेवलप कहाँ पे हो, हमें पूछा है कि स्टार्ट कहाँ पे हुआ है। तो अगर स्टार्ट पूछा गया है तो उसका आंसर चाइना ही होना चाहिए ना। 100% राइट जी, चाइना ही आंसर है। मैम मैं रीजन राइट डियर, कोई बात नहीं, इसको पूरा बिल्कुल पूछा, बिल्कुल क्लियर किया जाएगा। अगर आपकी वजह से आप कौन सी ITI से हो गायत्री? मैम IIT रेड्याला खरड़ मोहाली डिस्ट्रिक्ट मोहाली में। खरड़ में, ठीक है, कोई बात बेटा नहीं। चाइना से इसके जो ही है, तो मेरे पास मैंने विकिपीडिया खोला भी हुआ है, पहले मैंने आंसर हाँ जी मैम। दिया है, तो फिर ही आपको आंसर दिया है इसका, राइट? हाँ जी मैम, बट फिर मैम ने इंटरप्ट किया तो फिर से कंफ्यूजन क्रिएट हो गया। कोई ओके बात मैम, थैंक यू। नहीं, राइट, ठीक है। थैंक यू सो मच मैम, थैंक यू सभी का बहुत बहुत ज्यादा धन्यवाद कि आपने नक्षत्र मैम के सेशन को अटेंड किया। ठीक है जी, थैंक्स टू ऑल जी, थैंक्स टू ऑल।